ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਦੇ ਪ੍ਰਬੁੱਧ ਕਹਾਣੀਕਾਰ ਭੋਲਾ ਸਿੰਘ ਸੰਘੇੜਾ ਦੇ ਪਹਿਲੇ ਨਾਵਲ ਬਲਦੀ ਰੁੱਤੀ। ਇਹ ਨਾਵਲ ਮੈਂ ਲਾਕਡਾਊਨ ਦੌਰਾਨ ਪੜ੍ਹਿਆ। ਅਸੀਂ ਭੋਲਾ ਸਿੰਘ ਸੰਘੇੜਾ ਨੂੰ ਕਿਸਾਨੀ ਸੰਕਟ ਬਾਰੇ ਬਹੁ ਪਰਤੀ ਅਤੇ ਬਹੁ ਦਿਸ਼ਾਵੀ ਕਹਾਣੀਆਂ ਲਿਖਣ ਵਾਲੇ ਪ੍ਰੌੜ ਕਹਾਣੀਕਾਰ ਵਜੋਂ ਜਾਣਦੇ ਹਾਂ ਅਤੇ ਇਸ ਨਾਵਲ ਦੇ ਪ੍ਰਕਾਸ਼ ਨਾਲ ਮੈਂ ਸਮਝਦਾ ਕਿ ਉਸ ਦੀ ਪਹਿਚਾਣ ਇੱਕ ਪ੍ਰੌੜ ਕਹਾਣੀਕਾਰ ਦੇ ਨਾਲ ਨਾਲ ਇੱਕ ਸਮਰੱਥ ਨਾਵਲਕਾਰ ਵਜੋਂ ਵੀ ਬਣੀ। ਇਸ ਨਾਵਲ ਦਾ ਟਾਈਟਲ ਸੰਕੇਤ ਕਰਦਾ ਹੈ, ਖੁਲਾਸਾ ਕਰਦਾ ਹੈ ਕਿ ਇਸ ਦੇ ਪਾਤਰ ਵੀ ਸਮਾਜਿਕ ਜ਼ਬਰ ਜ਼ੁਲਮ ਦੀ ਬਲਦੀ ਅੱਗ ਵਿੱਚ ਸੜਦੇ, ਝੁਲਸਦੇ, ਤਪਦੇ ਸੰਘਰਸ਼ ਕਰ ਰਹੇ ਹਨ ਅਤੇ ਮਜਬੂਰੀਆਂ ਰੂਪੀ ਜ਼ਹਿਰ ਨੂੰ ਪੀ ਰਹੇ ਹਨ। ਬੇਸ਼ੱਕ ਇਹ ਨਾਵਲ ਕਿਸਾਨੀ ਸੰਕਟ ਬਾਰੇ ਹੈ, ਪਰ ਇਸ ਨਾਵਲ ਦੀ ਮੈਨੂੰ ਇਹ ਖੂਬਸੂਰਤੀ ਲੱਗੀ ਕਿ ਕਿਸਾਨੀ ਸੰਕਟ ਦੀਆਂ ਹੋਰ ਪਰਤਾਂ ਫਰੋਲਦੇ ਹੋਏ ਭੋਲਾ ਸਿੰਘ ਸੰਘੇੜਾ ਨੇ ਪੰਜਾਬ ਦੀ ਕਿਸਾਨੀ ਦੇ ਅਵਚੇਤਨ 'ਚ ਪਏ ਉਹਨਾਂ ਜਾਗੀਰਦਾਰੀ ਯੁੱਗ ਦੇ ਸੰਸਕਾਰਾਂ ਨੂੰ ਵਿਸ਼ੇਸ਼ ਤੌਰ 'ਤੇ ਆਪਣੇ ਫੋਕਸ 'ਚ ਰੱਖਿਆ ਹੈ, ਜੋ ਇਸ ਵਿਸ਼ਵੀ ਯੁੱਗ ਵਿੱਚ ਵੀ ਔਰਤ ਨੂੰ ਉਸ ਦੇ ਹਿੱਸੇ ਦੇ ਮਨੁੱਖੀ ਅਧਿਕਾਰ ਨਹੀਂ ਲੈਣ ਦਿੰਦੇ, ਜੋ ਸੰਸਕਾਰ ਮਰਦ ਨੂੰ ਉਕਸਾਉਂਦੇ ਨੇ ਕਿ ਉਹ ਅਜੇ ਵੀ ਪਹਿਲਾਂ ਵਾਂਗ ਹੀ ਔਰਤ ਨੂੰ ਆਪਣਾ ਗੁਲਾਮ ਹੀ ਸਮਝੇ, ਉਸ 'ਤੇ ਜ਼ਬਰ ਜ਼ੁਲਮ ਕਰਦਾ ਰਹੇ। ਨਾਵਲ ਦੱਸਦਾ ਹੈ ਕਿ ਇਹਨਾਂ ਜਗੀਰੂ ਸੰਸਕਾਰਾਂ ਦੀਆਂ ਜਿਹੜੀ ਪਕੜ ਹੈ ਸਾਡੀ ਮਾਨਸਿਕਤਾ 'ਤੇ ਇੰਨੀ ਮਜ਼ਬੂਤ ਹੈ ਕਿ ਭਾਰਤੀ ਸੰਵਿਧਾਨ ਵੱਲੋਂ ਔਰਤ ਨੂੰ ਦਿੱਤੇ ਬਰਾਬਰਤਾ ਦੇ ਅਧਿਕਾਰ ਇਹਨਾਂ ਮੂਹਰੇ ਠਹਿਰ ਨਹੀਂ ਸਕਦੇ। ਸਾਡੇ ਆਪਣੇ ਸਮਾਜਿਕ ਕਾਨੂੰਨ ਨੇ ਜੋ ਸੰਵਿਧਾਨਕ ਕਾਨੂੰਨਾਂ ਨੂੰ ਲਲਕਾਰਦੇ ਨੇ, ਇਹ ਸੰਸਕਾਰ ਨੇ ਜਿਨ੍ਹਾਂ ਦੇ ਚਲਦਿਆਂ ਇੱਕ ਮਰਦ ਆਪਣੀ ਪਹਿਲੀ ਪਤਨੀ ਦੇ ਹੁੰਦਿਆਂ ਇਸ ਆਧਾਰ 'ਤੇ ਆਪਣਾ ਦੂਜਾ ਵਿਆਹ ਡੰਕੇ ਦੀ ਚੋਟ ਨਾਲ ਕਰਾ ਸਕਦਾ ਹੈ ਕਿ ਉਹਦੀ ਪਹਿਲੀ ਪਤਨੀ ਉਸ ਨੂੰ ਜਾਇਦਾਦ ਦਾ ਵਾਰਸ ਨਹੀਂ ਦੇ ਸਕੀ। ਕਹਾਣੀ ਵਿਚਲਾ ਉਜਾਗਰ ਸਿੰਘ 30 ਕਿੱਲੇ ਜ਼ਮੀਨ ਦਾ ਮਾਲਕ ਹੈ। ਇਸ ਕਰਕੇ ਸਮਾਜ ਉਸ ਨੂੰ ਹੱਕ ਦਿੰਦਾ ਹੈ ਕਿ ਜੇ 18 ਸਾਲ ਵਿਆਹ ਤੋਂ ਬੀਤ ਜਾਣ ਤੋਂ ਬਾਅਦ ਵੀ ਉਸ ਦੀ ਪਤਨੀ ਅਮਰੋ ਉਸ ਨੂੰ ਆਪਣੀ ਜ਼ਮੀਨ ਜਾਇਦਾਦ ਦਾ ਵਾਰਸ ਨਹੀਂ ਦੇ ਸਕੀ, ਯਾਨੀ ਕਿ ਪੁੱਤਰ ਨੂੰ ਜਨਮ ਨਹੀਂ ਦੇ ਸਕੀ, ਤਾਂ ਉਹ ਕਿਸੇ ਗਰੀਬ ਘਰ ਦੀ ਕੁੜੀ ਨੂੰ ਆਪਣੀ ਜਾਇਦਾਦ ਦੇ ਬਲਬੂਤੇ 'ਤੇ, ਆਪਣੀ ਜ਼ਮੀਨ ਦੇ ਬਲਬੂਤੇ 'ਤੇ ਪਤਨੀ ਦੇ ਰੂਪ ਵਿੱਚ ਲੈ ਆਵੇ, ਉਸ ਦੀਆਂ ਉਮੰਗਾਂ ਦਾ, ਉਹਦੀਆਂ ਸਧਰਾਂ ਦਾ ਸ਼ਰੇਆਮ ਕਤਲ ਕਰੇ। ਨਾਵਲ ਇਸ ਗੱਲ ਨੂੰ ਬੜੀ ਸ਼ਿੱਦਤ ਨਾਲ ਉਭਾਰਦਾ ਹੈ ਕਿ ਅੱਜ ਦੇ ਯੁੱਗ ਵਿੱਚ ਵੀ ਕਿਸਾਨ ਲਈ ਜ਼ਮੀਨ ਦੀ ਕੀਮਤ ਔਰਤ ਨਾਲੋਂ ਕਿਤੇ ਵੱਧ ਹੈ।
ਕਹਿੰਦੇ ਨੇ ਕਿ ਇੱਕ ਮਿਆਨ 'ਚ ਦੋ ਤਲਵਾਰਾਂ ਨਹੀਂ ਸਮਾ ਸਕਦੀਆਂ, ਅਤੇ ਜਦੋਂ ਇੱਕ ਪਰਿਵਾਰ 'ਚ ਦੋ ਸੌਕੜਾਂ ਇਕੱਠੀਆਂ ਹੋ ਜਾਣ ਉਸ ਵੇਲੇ ਕੀ ਸਥਿਤੀ ਬਣਦੀ ਹੈ। ਨਾਵਲ ਇਸ ਦੀਆਂ ਕਈ ਪਰਤਾਂ ਨੂੰ ਉਭਾਰਦਾ ਹੈ ਅਤੇ ਇਹ ਨਾਵਲ ਪੜ੍ਹੇ ਤੋਂ ਬਾਅਦ ਹੀ ਪਤਾ ਚੱਲਦਾ ਹੈ ਕਿ ਔਰਤ ਇਸ ਸਥਿਤੀ 'ਚੋਂ ਕਿਵੇਂ ਨਿਕਲ ਸਕਦੀ ਹੈ। ਬੜਾ ਖੂਬਸੂਰਤ ਭਾਸ਼ਾ 'ਚ ਲਿਖਿਆ ਖੂਬਸੂਰਤ ਨਾਵਲ ਹੈ ਅਤੇ ਮੈਂ ਸਾਰੇ ਪੰਜਾਬੀ ਪਾਠਕਾਂ ਨੂੰ ਇਹ ਨਾਵਲ ਪੜ੍ਹਨ ਦੀ ਸਿਫਾਰਿਸ਼ ਕਰਦਾ। ਅੱਜ ਆਪਾਂ ਕੁਛ ਕਹੇ ਕਿਤਾਬ ਪ੍ਰੋਗਰਾਮ ਤਹਿਤ ਬਲਵਿੰਦਰ ਸੰਧੂ ਦੀ ਪੁਸਤਕ ਮਧੂਕਰੀ ਬਾਰੇ ਗੱਲਬਾਤ ਕਰਾਂਗੇ। ਬਲਵਿੰਦਰ ਸੰਧੂ ਦੀ ਇਹ 5ਵੀਂ ਪੁਸਤਕ ਹੈ। ਉਸ ਦੀ ਪਹਿਲੀ ਪੁਸਤਕ 1999 ਵਿੱਚ ਇੱਕ ਗੀਤ ਅਧੂਰਾ ਛਪੀ ਸੀ। ਉਸ ਦੀ ਦੂਸਰੀ ਪੁਸਤਕ ਜਿਹਦੇ ਨਾਲ ਉਹ ਪੰਜਾਬੀ ਕਵਿਤਾ ਵਿੱਚ ਪੁਖਤਗੀ ਨਾਲ ਦਾਖਲ ਹੁੰਦਾ ਹੈ ਉਹ ਸੀ ਕੋਮਲ ਸਿੰਘ ਆਖਦਾ ਹੈ। ਮੈਨੂੰ ਯਾਦ ਹੈ ਕਿ ਇਹ ਕਿਤਾਬ 2002 ਵਿੱਚ ਛਪੀ ਸੀ। ਮੇਰੀ ਪਹਿਲੀ ਪੁਸਤਕ ਗੈਰ ਹਾਜ਼ਰ ਪੈੜਾਂ ਦੀ ਕਥਾ ਵੀ ਇਸੇ ਸਾਲ ਛਪੀ ਸੀ। ਪਰ ਜਿਵੇਂ ਦੀ ਅਤੇ ਜਿੰਨੀ ਚਰਚਾ ਕੋਮਲ ਸਿੰਘ ਆਖਦਾ ਹੈ ਦੀ ਹੋਈ ਸੀ, ਉਸ ਤੋਂ ਇਹ ਸਪਸ਼ਟ ਹੋ ਗਿਆ ਸੀ ਕਿ ਬਲਵਿੰਦਰ ਸੰਧੂ ਪੰਜਾਬੀ ਕਵਿਤਾ ਵਿੱਚ ਇੱਕ ਪੁਖਤਾ ਮੁਹਾਵਰਾ ਲੈ ਕੇ ਦਾਖਲ ਹੋਇਆ ਹੈ ਅਤੇ ਉਸ ਦੀ ਕਵਿਤਾ ਨੇ ਭਵਿੱਖ ਵਿੱਚ ਬਹੁਤ ਵਿਕਾਸ ਕਰਨਾ ਹੈ। ਉਸ ਤੋਂ ਬਾਅਦ ਉਹਦੀਆਂ ਪੁਸਤਕਾਂ ਛਪੀਆਂ ਘਾੜਤ, ਮੈਂ ਵੀ ਆਦ ਜੁਗਾਦ, ਅਤੇ ਹੁਣ ਇਸ ਸਾਲ 2020 ਵਿੱਚ ਉਸ ਦੀ ਨਵੀਂ ਕਿਤਾਬ ਹੈ ਮਧੂਕਰੀ। ਮਧੂਕਰੀ ਤੋਂ ਭਾਵ ਹੈ ਕਿ ਵੱਖ-ਵੱਖ ਪੂਰੀ ਕਾਇਨਾਤ ਦੇ ਵਿੱਚੋਂ ਵੱਖ-ਵੱਖ ਸਰੋਤਾਂ ਤੋਂ ਤ੍ਰਿਸਵੀਂ ਛਿਣਾਂ ਨੂੰ ਇਕੱਠਿਆਂ ਕਰਕੇ ਅਤੇ ਇੱਕ ਸੰਗ੍ਰਹਿ ਜੋ ਬਣਦਾ ਹੈ ਉਹ ਮਧੂਕਰੀ ਹੈ। ਬਲਵਿੰਦਰ ਸੰਧੂ ਦੀ ਵਡਿਆਈ ਇਹ ਹੈ ਕਿ ਉਸਨੇ ਪਿਛਲੀਆਂ ਸਾਲਾਂ ਦੌਰਾਨ ਬਹੁਤ ਸਾਰਾ ਅਧਿਐਨ ਕੀਤਾ ਹੈ। ਮੈਂ ਕਹਾਂ ਤਾਂ ਉਸ ਦੀ ਨਾਥਾਂ ਜੋਗੀਆਂ ਤੋਂ ਲੈ ਕੇ ਪੀਰਾਂ ਫਕੀਰਾਂ, ਕਿੱਸਾਕਾਰਾਂ, ਆਧੁਨਿਕਕਾਰਾਂ ਨੂੰ ਅਤੇ ਈਵਨ ਕਿ 21ਵੀਂ ਸਦੀ ਵਿੱਚ ਜਿਹੜੀ ਦਾਖਲ ਹੁੰਦੀ ਪੰਜਾਬੀ ਕਵਿਤਾ ਦੀ ਸਮਕਾਲੀ ਕਵਿਤਾ ਦਾ ਮਹਾਂਦਰਾ ਹੈ, ਉੱਥੋਂ ਤੱਕ ਦੀ ਕਵਿਤਾ ਉਸ ਦੀ ਕਵਿਤਾ ਕੋਲ ਇਹ ਸਾਰੀ ਸਮੁੱਚੀ ਸਿਰਜਣਾ ਦੀ ਗਵਾਹੀ ਹੈ। ਉਹ ਕਵਿਤਾ ਤੋਂ ਪਹਿਲਾਂ ਬਲਵਿੰਦਰ ਸੰਧੂ ਕੋਲ ਰਿਦਮ ਆਉਂਦਾ ਹੈ। ਰਿਦਮ ਦੇ ਵਿੱਚ ਉਹ ਸ਼ਬਦਾਂ ਨੂੰ ਜੜਦਾ ਹੈ ਅਤੇ ਉਹ ਸ਼ਬਦ ਇੱਕ ਆਕਾਰ ਗ੍ਰਹਿਣ ਕਰਦੇ ਨੇ ਜਿਹੜੇ ਆਕਾਰ ਇੱਕ ਕਵਿਤਾ ਹੁੰਦਾ ਹੈ। ਉਹ ਰਿਦਮ ਉਸ ਕੋਲ ਪਹਿਲਾਂ ਆਉਂਦਾ ਹੈ। ਇਸ ਗੱਲ ਦੀ ਗਵਾਹੀ ਉਸ ਦੇ ਵਿੱਚ ਉਸ ਦੀ ਕਿਤਾਬ ਦੀ ਕਵਿਤਾ ਦੀਆਂ ਕੁਝ ਤਰ੍ਹਾਂ ਵੀ ਦਿੰਦੀਆਂ ਨੇ ਕਿ ਲੈ ਵਿੱਚ ਜਿਉਣਾ, ਲੈ ਬਿਨ ਜੀਣਾ ਕਾਹਦਾ ਜੀਣਾ, ਲੈ ਬਿਨ ਜੀਣਾ ਕਾਹਦਾ ਜੀਣਾ, ਲੈ ਬਿਨ ਬਿਰਥਾ ਸਗਲ ਵਿਹਾਰ। ਤੋ ਬਲਵਿੰਦਰ ਸੰਧੂ ਦੀ ਕਵਿਤਾ ਦਾ ਵਿਸ਼ਾ ਕਈ ਵਾਰ ਲੱਗਦਾ ਹੁੰਦਾ ਕਿ ਜਾਣੇ ਪਛਾਣੇ ਜਾਂ ਹੋਰ ਲੋਕਾਂ ਨੇ ਵੀ ਇਹਦੇ ਬਾਰੇ ਕਵਿਤਾਵਾਂ ਲਿਖੀਆਂ ਨੇ, ਪਰ ਉਸ ਦਾ ਕਹਿਣ ਦਾ ਅੰਦਾਜ਼ ਇੰਨਾ ਨਿਵੇਕਲਾ ਹੈ, ਇੰਨਾ ਸੂਖਮ ਹੈ ਕਿ ਹੋਰ ਲੋਕ ਚਾਹ ਕੇ ਵੀ ਉਸ ਦੀ ਕਵਿਤਾ ਦਾ ਇਹ ਕਹਿਣ ਦੇ ਅੰਦਾਜ਼ ਦੀ ਨਕਲ ਨਹੀਂ ਕਰ ਸਕੇ, ਕੋਸ਼ਿਸ਼ ਭਾਵੇਂ ਕੀਤੀ ਹੋਵੇ ਲੋਕਾਂ ਨੇ। ਉਹ ਇੰਨਾ ਵੱਖਰਾ ਹੈ। ਉਹਦੀ ਵੱਖਰਤਾ ਕਿਸੇ ਵੀ ਕਵੀ ਵਾਸਤੇ ਆਪਣੀ ਕਵਿਤਾ ਦੀ ਇੱਕ ਵੱਖਰਤਾ ਸਥਾਪਿਤ ਕਰ ਲੈਣੀ ਉਸ ਦੀ ਵਡਿਆਈ ਹੁੰਦੀ ਹੈ, ਉਸ ਦੀ ਪ੍ਰਾਪਤੀ ਹੁੰਦੀ ਹੈ। ਮਧੂਕਰੀ ਕਵਿਤਾ ਦੇ ਵਿੱਚ ਜਿਹੜਾ ਮਾਨਵੀ ਵਿਹਾਰ ਹੈ ਉਸ ਨੂੰ ਉਹਦਾ ਕਾਇਨਾਤੀਕਰਨ ਕਰਦਾ ਹੈ ਬਲਵਿੰਦਰ ਸੰਧੂ ਆਪਣੀ ਕਵਿਤਾ ਦੇ ਵਿੱਚ। ਉਹਦੇ ਕਵਿਤਾ ਵਿੱਚ ਇੰਨੀ ਸੂਖਮਤਾ ਹੁੰਦੀ ਹੈ ਕਿ ਵੇਰਵਿਆਂ ਅੰਦਰ ਵੇਰਵੇ ਪਏ ਹੁੰਦੇ ਆ। ਇੰਝ ਵੇਰਵੇ ਪਏ ਹੁੰਦੇ ਕਿ ਜਿਵੇਂ ਕੋਈ ਕਰੂੰਬਲ ਫੁੱਟ ਰਹੀ ਹੋਵੇ, ਕੋਈ ਬਹੁਤ ਹੀ ਸੂਖਮ ਵੇਰਵੇ। ਉਸ ਦੀ ਹਰ ਕਵਿਤਾ ਇੱਕ ਸੁਨੇਹਾ ਦਿੰਦੀ ਹੈ। ਬਿਨਾਂ ਸੁਨੇਹੇ ਤੋਂ ਉਹ ਕਵਿਤਾ ਨਹੀਂ ਲਿਖਦਾ। ਉਸ ਦੀ ਹਰ ਕਵਿਤਾ ਇੱਕ ਸੁਨੇਹਾ ਦਿੰਦੀ ਹੈ ਔਰ ਉਸ ਦੀ ਸਮੁੱਚੀ ਕਵਿਤਾ ਨੂੰ ਜੇ ਅਸੀਂ ਪਰਖੀਏ ਤਾਂ ਉਹ ਸਾਂਝੀਵਾਲਤਾ ਦਾ ਪੈਗਾਮ ਦਿੰਦੀ ਹੈ। ਉਸ ਦੀ ਕਵਿਤਾ ਦੀਆਂ ਸਤਰਾਂ ਆਪਾਂ ਸਾਂਝੀਆਂ ਕਰੀਏ ਜੇ ਅਤੇ ਇਸ ਪੈਗਾਮ ਦਾ ਆਪਾਂ ਨੂੰ ਅੰਦਾਜ਼ਾ ਹੋਏਗਾ ਕਿ ਅੱਜ ਕੱਲ੍ਹ ਮੈਂ ਕਵਿਤਾ ਹੀ ਨਹੀਂ ਲਿਖਦਾ, ਧਰਤ ਦੀ ਹਿਫਾਜ਼ਤ ਲਈ ਜੰਗਲ ਦੀ ਵਕਾਲਤ ਵੀ ਕਰਦਾ। ਤੋ ਇਸ ਤਰ੍ਹਾਂ ਦੀ ਕਵਿਤਾ ਲਿਖਣ ਵਾਲਾ ਬਲਵਿੰਦਰ ਸੰਧੂ ਅਸਲ ਦੇ ਵਿੱਚ ਮਾਨਵੀ ਕਦਰਾਂ ਕੀਮਤਾਂ ਨੂੰ
ਪ੍ਰਣਾਇਆ ਹੋਇਆ ਸ਼ਾਇਰ ਹੈ ਤੇ ਇਸ ਇੰਜ ਦੀ ਉਸ ਦੀ ਕਵਿਤਾ ਹੈ। ਉਸ ਦੀ ਕਵਿਤਾ ਵੀ ਮਾਨਵੀ ਸਰੋਕਾਰਾਂ ਦੀ ਕਵਿਤਾ ਹੈ। ਉਸ ਦੀ ਕਵਿਤਾ ਵੀ ਮਾਨਵੀ ਫਿਕਰਾਂ ਦੀ ਕਵਿਤਾ ਹੈ। ਉਸ ਦੀ ਕਵਿਤਾ ਦੇ ਵਿੱਚ ਆਧੁਨਿਕੀਕਰਨ ਦੇ ਜਿੰਨੇ ਕੁ ਵੀ ਸੂਖਮਤਾ, ਜਿੰਨੀ ਕੁ ਵੀ ਸਰਲਤਾ, ਜਟਿਲਤਾ ਹੋ ਸਕਦੀ ਹੈ, ਉਹ ਸਾਰਾ ਕੁਝ ਹੀ ਪੜ੍ਹਨ ਨੂੰ ਮਿਲਦਾ ਹੈ। ਉਸ ਦੀ ਕਵਿਤਾ ਪਾਠਕ ਨੂੰ ਕੋਈ ਸਮਝਣ ਵਿੱਚ ਦਿੱਕਤ ਮਹਿਸੂਸ ਨਹੀਂ ਹੁੰਦੀ। ਉਹ ਪਾਠਕ ਦੇ ਨਾਲ ਇੱਕ ਅਪਣੱਤ ਦਾ ਰਿਸ਼ਤਾ ਸਿਰਜ ਲੈਂਦੀ ਹੈ ਅਤੇ ਪਾਠਕ ਉਸ ਕਵਿਤਾ ਨੂੰ ਮਾਣਦਾ ਵੀ ਹੈ, ਜਾਣਦਾ ਵੀ ਹੈ ਅਤੇ ਉਹ ਤੋਂ ਬਹੁਤ ਕੁਝ ਸਿੱਖਦਾ ਵੀ ਹੈ। ਉਸ ਦੀ ਕਵਿਤਾ ਪੜ੍ਹਦਿਆਂ ਪਾਠਕ ਅੰਦਰ, ਇੱਕ ਸਧਾਰਨ ਪਾਠਕ ਅੰਦਰ, ਵਿਦਵਾਨ ਲੋਕ ਤਾਂ ਅਲੱਗ ਤਰ੍ਹਾਂ ਕਵਿਤਾ ਅੰਦਰ ਪ੍ਰਵੇਸ਼ ਕਰਦੇ ਨੇ, ਇੱਕ ਸਧਾਰਨ ਪਾਠਕ ਜਿਹੜਾ ਹੈ ਉਹ ਜਦੋਂ ਉਸ ਦੀ ਕਵਿਤਾ ਪੜ੍ਹਦਾ ਹੈ ਤਾਂ ਉਹਦੇ ਅੰਦਰ ਇੱਕ ਕਵੀ ਹੋਣ ਦਾ ਅਹਿਸਾਸ ਜਾਗਦਾ ਹੈ। ਇਹੀ ਬਲਵਿੰਦਰ ਸੰਧੂ ਦੀ ਕਵਿਤਾ ਦੀ ਵਡਿਆਈ ਹੈ।